ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਏਐਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ 8ਵੀਂ ਸ਼੍ਰੇਣੀ ਦਾ ਸਮਾਜਿਕ ਵਿਗਿਆਨ ਦਾ ਪਾਠ 21 ਸੰਵਿਧਾਨ ਅਤੇ ਕਾਨੂੰਨ। ਇਸ ਪ੍ਰਸ਼ਨ ਦੇ ਬੜੇ ਹੀ ਸਿੰਪਲੀਫਿਕੇਸ਼ਨ ਤਰੀਕੇ ਦੇ ਨਾਲ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਵੱਲੋਂ ਬੜੇ ਹੀ ਸੁਧਾਰਨ ਤੇ ਸੌਖੇ ਤਰੀਕੇ ਦੇ ਨਾਲ ਤੁਹਾਡੇ ਲਈ ਕੁਐਸਚਨ ਲੈ ਕੇ ਆਏ ਹਾਂ। ਇਹਨਾਂ ਨੂੰ ਤੁਸੀਂ ਆਪਣੀ ਕਾਪੀ ਉੱਪਰ ਉਤਾਰ ਕੇ ਆਪਣੇ ਨੋਟਸ ਤਿਆਰ ਕਰ ਸਕਦੇ ਹੋ ਔਰ ਬਾਰ-ਬਾਰ ਵੀਡੀਓ ਨੂੰ ਸੁਣ ਕੇ ਅਸੀਂ ਇਹਨਾਂ ਨੂੰ ਯਾਦ ਕਰ ਸਕਦੇ ਹਾਂ, ਸਮਝ ਸਕਦੇ ਹਾਂ। ਤਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਕਿਸੇ ਟਾਈਮ ਕਿਸੇ ਵੀ ਵਕਤ ਅਸੀਂ ਚੈਨਲ ਤੇ ਜਾ ਕੇ ਇਸ ਵੀਡੀਓ ਦੀ ਦੁਹਰਾਈ ਲੈ ਸਕਦੇ ਹਾਂ, ਇਹਨਾਂ ਨੂੰ ਆਪਣੀ ਕਾਪੀ ਪਰ ਉਤਾਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ, ਸੰਵਿਧਾਨ ਤੋਂ ਕੀ ਭਾਵ ਹੈ? ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਤਾਂ ਸੰਵਿਧਾਨ ਇੱਕ ਅਜਿਹਾ ਕਾਨੂੰਨੀ ਦਸਤਾਵੇਜ਼ ਹੈ, ਇੱਕ ਅਜਿਹੇ ਕਾਗਜ਼ਾਂ ਦਾ ਕਹਿ ਲਓ ਇੱਕ ਅਜਿਹੀ ਕਿਤਾਬ ਹੈ ਜਿਸ ਦੇ ਅਨੁਸਾਰ ਸਾਡੇ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਉਸ ਦੇ ਉੱਪਰ ਅਸੀਂ ਪੜ੍ਹਦੇ ਹਾਂ ਕਿ ਸੰਵਿਧਾਨ ਦੇ ਉੱਪਰ ਜੋ ਸਾਰਾ ਸੰਵਿਧਾਨ ਦੇ ਵਿੱਚ ਅੰਕਿਤ ਹੈ ਉਸੇ ਅਨੁਸਾਰ ਹੀ ਸਾਡੇ ਦੇਸ਼ ਦਾ ਸ਼ਾਸਨ ਪ੍ਰਸ਼ਾਸਨ ਹੈ ਜਿਹੜਾ ਉਹ ਚਲਾਇਆ ਜਾਂਦਾ। ਤਾਂ ਇੱਕ ਅਜਿਹਾ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਸਾਡੇ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ। ਸੰਵਿਧਾਨ 26 ਜਨਵਰੀ 1950 ਨੂੰ ਕਿਉਂ ਲਾਗੂ ਕੀਤਾ ਗਿਆ? ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਦੇਸ਼ ਦਾ ਸੰਵਿਧਾਨ ਆ ਜਿਹੜਾ 26 ਜਨਵਰੀ 1950 ਈਸਵੀ ਨੂੰ ਲਾਗੂ ਹੋਇਆ। ਤਾਂ ਇਸ ਦਾ ਕੀ ਕਾਰਨ ਸੀ ਕਿ ਇਸ ਨੂੰ 26 ਜਨਵਰੀ 1950 ਨੂੰ ਹੀ ਲਾਗੂ ਕੀਤਾ? ਕਿਉਂਕਿ ਸੰਵਿਧਾਨ ਆ ਜਿਹੜਾ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ, ਪਰ 26 ਜਨਵਰੀ 1950 ਨੂੰ ਹੀ ਕਿਉਂ ਲਾਗੂ ਕੀਤਾ ਗਿਆ? ਇਸ ਦੇ ਪਿੱਛੇ ਇੱਕ ਕਾਰਨ ਸੀ। ਆਜ਼ਾਦੀ ਤੋਂ ਪਹਿਲਾਂ 26 ਜਨਵਰੀ 1930 ਦਾ ਦਿਨ ਭਾਰਤ ਦੇ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਸੀ। ਤਾਂ ਆਜ਼ਾਦੀ ਤੋਂ ਪਹਿਲਾਂ 26 ਜਨਵਰੀ 1930 ਦੇ ਵਿੱਚ ਕਾਂਗਰਸ ਸਮਾਗਮ ਦੇ ਵਿੱਚ ਜਿਹੜਾ ਭਾਰਤ ਵਿੱਚ ਜਿਹੜਾ ਇਹ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਇਸ ਦਿਨ ਮਨਾਇਆ ਗਿਆ ਸੀ। ਤਾਂ ਇਸ ਦਿਨ ਦੀ ਇਤਿਹਾਸਿਕ ਮਹੱਤਤਾ ਨੂੰ ਸਦਕਾ ਹੀ ਧਿਆਨ ਵਿੱਚ ਰੱਖਦੇ ਹੋਏ ਹੀ ਸੰਵਿਧਾਨ 26 ਜਨਵਰੀ 1950 ਈਸਵੀ ਨੂੰ ਲਾਗੂ ਕੀਤਾ ਗਿਆ। ਤਾਂ ਇਹ ਇੱਕ ਕਾਰਨ ਸੀਗਾ ਜਿਸ ਕਾਰਨ ਜਿਹੜਾ 26 ਜਨਵਰੀ 1950 ਨੂੰ ਜਿਹੜਾ ਸਾਡਾ ਸੰਵਿਧਾਨ ਲਾਗੂ ਹੋਇਆ। ਤਾਂ ਇੱਕ ਕੁਐਸਚਨ ਇਹ ਵੀ ਸਾਡਾ ਇੱਥੋਂ ਬਣਦਾ ਹੈ। ਕਾਨੂੰਨ ਦੇ ਸ਼ਬਦੀ ਅਰਥ ਲਿਖੋ। ਹੁਣ ਕਾਨੂੰਨ ਸ਼ਬਦ ਤੋਂ ਕੀ ਭਾਵ ਹੈ? ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾ ਦਾ ਪੰਜਾਬੀ ਅਨੁਵਾਦ ਹੈ। ਲਾ ਦਾ ਪੰਜਾਬੀ ਅਨੁਵਾਦ ਹੈ। ਲਾ ਸ਼ਬਦ ਦੀ ਉਤਪੱਤੀ ਟੋਟੋਨਿਕ ਸ਼ਬਦ ਲੈ ਤੋਂ ਹੋਈ ਹੈ ਜਿਸ ਦਾ ਅਰਥ ਹੈ ਨਿਸ਼ਚਿਤ। ਲੈ ਠੀਕ ਹੈ, ਸ਼ਬਦ ਤੋਂ ਹੋਈ ਹੈ ਜਿਸ ਦਾ ਅਰਥ ਹੈ ਨਿਸ਼ਚਿਤ, ਯਾਨੀ ਕਿ ਕੋਈ ਚੀਜ਼ ਨਿਸ਼ਚਿਤ ਕਰ ਦੇਣੀ, ਪੱਕਾ ਕਰ ਦੇਣੀ, ਉਸ ਨੂੰ ਕੀ ਕਹਿੰਦੇ ਆ? ਤਾਂ ਇਸ ਲਈ ਕਾਨੂੰਨ ਸ਼ਬਦ ਦਾ ਅਰਥ ਕਿਸੇ ਵੀ ਨਿਸ਼ਚਿਤ ਨਿਯਮ ਤੋਂ ਹੈ। ਜੋ ਨਿਯਮ ਜਾਂ ਕੋਈ ਵੀ ਇੱਕ ਨਿਯਮ ਬਣ ਕੇ ਤਿਆਰ ਹੋ ਜਾਂਦਾ, ਪੱਕਾ ਹੋ ਜਾਂਦਾ, ਲਾਗੂ ਹੋ ਜਾਂਦਾ, ਉਸ ਨੂੰ ਅਸੀਂ ਕਾਨੂੰਨ ਕਹਿੰਦੇ ਹਾਂ। ਤਾਂ ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾ ਦਾ ਪੰਜਾਬੀ ਅਨੁਵਾਦ ਹੈ। ਲਾ ਸ਼ਬਦ ਦੀ ਉਤਪੱਤੀ ਹੈ ਟੋਟੈਨਿਕ ਸ਼ਬਦ ਲੈ ਤੋਂ ਹੋਈ ਹੈ ਜਿਸ ਦਾ ਅਰਥ ਹੈ ਨਿਸ਼ਚਿਤ, ਪੱਕਾ ਜਾਂ ਨਿਸ਼ਚਿਤ। ਠੀਕ ਹੈ ਜੀ, ਇਸ ਲਈ ਕਾਨੂੰਨ ਸ਼ਬਦ ਦਾ ਅਰਥ ਕਿਸੇ ਵੀ ਨਿਸ਼ਚਿਤ ਨਿਯਮ ਤੋਂ ਹੈ। ਅਗਲੇ ਕੁਐਸਚਨ ਦੇ ਵਿੱਚ ਹੈ ਕਾਨੂੰਨ ਦੀ ਕੀ ਅਹਿਮੀਅਤ ਹੈ? ਹੁਣ ਨਿਸ਼ਚਿਤ ਨਿਯਮਾਂ ਦੀ ਕੀ ਅਹਿਮੀਅਤ ਹੈ? ਅਸੀਂ ਵੀ ਸਾਰੇ ਜਾਣਦੇ ਹਾਂ ਕਿ ਇਹ ਨਿਯਮ ਨਾ ਹੋਣਗੇ, ਨਿਸ਼ਚਿਤ ਕਾਨੂੰਨ ਨਾ ਹੋਣਗੇ ਤਾਂ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਕਠਿਨਾਈਆਂ ਦਾ, ਬਹੁਤ ਸਾਰੀਆਂ ਮੁਸ਼ਕਲਾਂ ਦਾ ਆਮ ਲੋਕਾਂ ਨੂੰ ਜਾਂ ਹੋਰ ਬਹੁਤ ਸਾਰੇ ਲੋਕਾਂ ਨੂੰ ਉਹਦਾ ਕੀ ਖਮਿਆਜ਼ਾ ਭੁਗਤਣਾ ਪੈ ਸਕਦਾ। ਇਸੇ ਤਰ੍ਹਾਂ ਕਾਨੂੰਨ ਦੀ ਕੀ ਅਹਿਮੀਅਤ ਹੈ? ਸਮਾਜ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਕਾਨੂੰਨ ਦੀ ਲੋੜ ਹੁੰਦੀ ਹੈ। ਅਗਰ ਕਾਨੂੰਨ ਨਹੀਂ ਹੋਏਗਾ ਤਾਂ ਸਮਾਜ ਦੇ ਵਿੱਚ ਅਨੁਸ਼ਾਸਨ ਨਹੀਂ ਰਹੇਗਾ। ਸੰਸਥਾਵਾਂ ਨੂੰ ਨਿਯਮਿਤ ਕਰਨ ਲਈ ਵੀ ਕਾਨੂੰਨ ਦੀ ਲੋੜ ਹੁੰਦੀ ਹੈ। ਫੋਰ ਐਗਜ਼ਾਮਪਲ ਅਸੀਂ ਜਿਸ ਸਕੂਲ ਵਿੱਚ ਪੜ੍ਹਦੇ ਹਾਂ ਉਸਦੇ ਬਹੁਤ ਸਾਰੇ ਕਾਨੂੰਨ ਹੋਣੇ ਆ, ਬਹੁਤ ਸਾਰੇ ਨਿਯਮ ਹੋਣੇ ਜਿਹੜੇ ਸਾਨੂੰ ਫੋਲੋ ਕਰਨੇ ਪੈਂਦੇ। ਜਿਵੇਂ ਕਿ ਜਿਸ ਤਰ੍ਹਾਂ ਡਰੈਸ ਦੀ ਗੱਲ ਲੈ ਲਓ, ਅਸੈਂਬਲੀ ਦੇ ਦੌਰਾਨ ਅਸੀਂ ਡਰੈਸ ਕਿਹੜੀ ਪਹਿਨਣੀ ਹੈ ਜਾਂ ਅਸੈਂਬਲੀ ਦੇ ਵਿੱਚ ਰਾਸ਼ਟਰੀ ਗਾਣ ਬੋਲਣਾ ਜ਼ਰੂਰੀ ਹੈ, ਖੜੇ ਹੋ ਕੇ ਬੋਲਣਾ, ਇਹ ਸਾਰੇ ਨਿਯਮ ਆ ਜਿਹੜੇ ਸਾਨੂੰ ਫੋਲੋ ਕਰਨੇ ਪੈਂਦੇ। ਤਾਂ ਸੰਸਥਾਵਾਂ ਨੂੰ ਨਿਯਮਿਤ ਕਰਨ ਦੇ ਲਈ ਠੀਕ ਠਾਕ ਯਾਨੀ ਕਿ ਆਪਣੇ ਨਿਰੰਤਰ ਸਹੀ ਤਰੀਕੇ ਦੇ ਨਾਲ ਚਲਾਉਣ ਦੇ ਲਈ ਵੀ ਕਾਨੂੰਨ ਦੀ ਲੋੜ ਪੈਂਦੀ ਹੈ। ਤਾਂ ਕਾਨੂੰਨ ਦੀ ਇਹ ਅਹਿਮੀਅਤ ਹੈ ਜੋ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ, ਨਿੱਜੀ ਜੀਵਨ ਦੇ ਵਿੱਚ ਵੀ ਕਾਨੂੰਨ ਦੀ ਸਾਡੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ। ਤਾਂ ਇਸ ਤਰ੍ਹਾਂ ਅਸੀਂ ਇਸ ਚੀਜ਼ ਨੂੰ ਸਮਝ ਸਕਦੇ ਹਾਂ। ਅਗਲੇ ਪ੍ਰਸ਼ਨ ਵਿੱਚ ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ? ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ? ਨਿਆਂਪਾਲਿਕਾ ਅਸੀਂ ਜਾਣਦੇ ਹਾਂ ਕਿ ਸਾਡੀਆਂ ਅਦਾਲਤਾਂ ਹੈਗੀਆਂ ਜੋ ਸਾਨੂੰ ਨਿਆਂ ਦਿੰਦੀਆਂ ਹੈਗੀਆਂ ਕਿਸੇ ਵੀ ਮਸਲੇ ਦੇ ਵਿੱਚ, ਉਸ ਨੂੰ ਅਸੀਂ ਨਿਆਂਪਾਲਿਕਾ ਬੋਲਦੇ ਹਾਂ। ਨਿਆਂਪਾਲਿਕਾ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਪੱਖ ਨਹੀਂ ਲੈਂਦੀਆਂ, ਸਾਰੇ ਵਿਅਕਤੀ ਕਾਨੂੰਨ ਸਾਹਮਣੇ ਬਰਾਬਰ ਹੁੰਦੇ ਹਨ। ਨਿਆਂਪਾਲਿਕਾ ਦੀ ਗੱਲ ਕੀਤੀ ਜਾਂਦੀ ਹੈ, ਅਦਾਲਤ ਦੀ ਗੱਲ ਆਉਂਦੀ ਹੈ ਤਾਂ ਨਿਆਂਪਾਲਿਕਾ ਸਾਡੇ ਜੋ ਭਾਰਤੀ ਸੰਵਿਧਾਨ ਹੈ ਉਹਦੇ ਵਿੱਚ ਨਿਆਂਪਾਲਿਕਾ ਨੂੰ ਬਿਲਕੁਲ ਨਿਰਪੱਖ ਬਣਾਇਆ ਗਿਆ। ਨਿਰਪੱਖ ਦਾ ਮਤਲਬ ਕਿਸੇ ਦਾ ਪੱਖ ਨਾ ਲੈਣਾ, ਚਾਹੇ ਵਿਅਕਤੀ ਗਰੀਬ ਹੈ ਚਾਹੇ ਅਮੀਰ ਹੈ, ਠੀਕ ਹੈ, ਚਾਹੇ ਕੋਈ ਨੇਤਾ ਹੈ ਚਾਹੇ ਕੋਈ ਵੀ ਕਿਸੇ ਵੀ ਅਹੁਦੇ ਤੇ ਕੰਮ ਕਰਦਾ, ਅਗਰ ਕੋਈ ਵੀ ਕਿਸੇ ਕਿਸਮ ਦਾ ਅਪਰਾਧ ਕਰਦਾ ਹੈ ਉਹ ਕਾਨੂੰਨ ਦੀ ਨਜ਼ਰ ਦੇ ਵਿੱਚ ਅਪਰਾਧ ਹੈ ਤਾਂ ਉਸ ਨੂੰ ਉਹੀ ਸਜ਼ਾ ਮਿਲੇਗੀ ਜੋ ਕਾਨੂੰਨ ਦੇ ਵਿੱਚ ਲਿਖੀ ਹੋਈ ਹੈ। ਐਸਾ ਨਹੀਂ ਹੈ ਕਿ ਕੋਈ ਗਰੀਬ ਹੈ ਤਾਂ ਉਸ ਨੂੰ ਵੱਧ ਸਜ਼ਾ ਦਿੱਤੀ ਜਾਏਗੀ, ਕੋਈ ਅਮੀਰ ਹੈ ਤਾਂ ਉਸ ਦੀ ਸਜ਼ਾ ਘੱਟ ਕਰ ਦਿੱਤੀ ਜਾਏਗੀ, ਐਸਾ ਨਹੀਂ ਹੈ। ਨਾ ਕੋਈ ਉੱਥੇ ਜਾਤ ਪਾਤ, ਸਾਰੇ ਲੋਕ ਆ ਜਿਹੜੇ ਕਾਨੂੰਨ ਦੇ ਸਾਹਮਣੇ ਬਿਲਕੁਲ ਕੀ ਆ ਬਰਾਬਰ ਮੰਨੇ ਜਾਂਦੇ ਆ। ਉੱਥੇ ਜਾਤ ਪਾਤ, ਊਚ ਨੀਚ ਦਾ ਕੋਈ ਵਿਤਕਰਾ ਨਹੀਂ ਹੈ, ਅਮੀਰ ਗਰੀਬ ਦਾ ਕੋਈ ਵਿਤਕਰਾ ਨਹੀਂ ਹੈ, ਸਾਰਿਆਂ ਨਾਲ ਇੱਕੋ ਜਿਹਾ ਹੀ ਵਿਵਹਾਰ ਕੀਤਾ ਜਾਵੇਗਾ। ਨਿਆਂਪਾਲਿਕਾ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਪੱਖ ਨਹੀਂ ਲਏਗੀ, ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਪੱਖ ਨਹੀਂ ਲਏਗੀ। ਨਿਆਂਪਾਲਿਕਾ ਅਸੀਂ ਪੜ੍ਹਦੇ ਸੁਣਦੇ ਹਾਂ, ਜੋ ਅਦਾਲਤ ਹੈ ਉਹ ਕੀ ਹੈ ਸਬੂਤਾਂ ਦੇ ਆਧਾਰ ਤੇ ਆਪਣੇ ਫੈਸਲੇ ਸੁਣਾਉਂਦੀ ਹੈ। ਮਹਾਤਮਾ ਗਾਂਧੀ ਜੀ ਦੁਆਰਾ ਅੰਦੋਲਨ ਕਦੋਂ ਤੇ
ਕਦੋਂ ਕੀਤੇ ਗਏ? ਤਾਂ ਨਾ ਮਿਲਵਰਤਨ ਅੰਦੋਲਨ 1920, ਉਸ ਤੋਂ ਬਾਅਦ ਆ ਜਾਂਦਾ ਜੀ ਸਿਵਲ ਨਾਫਰਮਾਨੀ ਅੰਦੋਲਨ 1930, ਭਾਰਤ ਛੱਡੋ ਅੰਦੋਲਨ 8 ਅਗਸਤ 1942। ਤਾਂ ਇਹ ਮਹਾਤਮਾ ਗਾਂਧੀ ਜੀ ਦੁਆਰਾ ਜੋ ਅੰਦੋਲਨ ਚਲਾਏ ਗਏ ਸੀ। ਅੱਗੇ ਵੱਡੇ ਪ੍ਰਸ਼ਨਾਂ ਦੀ ਗੱਲ ਕਰਦੇ ਹਾਂ। ਸੰਵਿਧਾਨ ਦੀ ਸਰਵਉੱਚਤਾ ਤੋਂ ਕੀ ਭਾਵ ਹੈ? ਸਰਵ ਉੱਚਤਾ। ਸੰਵਿਧਾਨ ਦੀ ਸਰਵਉੱਚਤਾ ਤੋਂ ਕੀ ਭਾਵ ਹੈ? ਸਰਵ ਉੱਚ ਸ਼ਬਦ ਨੂੰ ਸਮਝ ਲਓ ਜੀ, ਸਾਰੇ ਕੁਐਸਚਨ ਤੁਹਾਨੂੰ ਸਮਝ ਆਏਗਾ। ਸਰਵ ਉੱਚਤਾ, ਜੋ ਚੀਜ਼ ਸਭ ਤੋਂ ਉੱਪਰ ਹੁੰਦੀ ਹੈ ਉਸ ਨੂੰ ਅਸੀਂ ਸਰਵ, ਯਾਨੀ ਕਿ ਸਾਰਿਆਂ ਤੋਂ ਉੱਪਰ ਹੈ, ਜੋ ਉਸ ਨੂੰ ਸਰਵਉੱਚਤਾ ਦਾ ਨਾਮ ਦਿੱਤਾ ਹੈ। ਸੰਵਿਧਾਨ ਨੂੰ ਸਰਵਉੱਚ ਮੰਨਿਆ ਗਿਆ ਹੈ। ਸਾਡੀ ਸਰਕਾਰ ਵਿੱਚ ਅਹਿਮ ਅਹੁਦਿਆਂ ਤੇ ਨਿਯੁਕਤੀ ਤੋਂ ਪਹਿਲਾਂ ਸੰਵਿਧਾਨ ਦੀ ਸਰਵਉੱਚਤਾ ਅਤੇ ਸੰਵਿਧਾਨ ਨੂੰ ਮੰਨਣ ਦੀ ਸਹੁੰ ਚੁਕਾਈ ਜਾਂਦੀ ਹੈ। ਕੋਈ ਵੀ ਅਹੁਦਾ ਕੋਈ ਵੀ ਗ੍ਰਹਿਣ ਕਰਦਾ ਹੈ, ਚਾਹੇ ਮੰਤਰੀ ਹੈ, ਰਾਸ਼ਟਰਪਤੀ, ਤਾਂ ਉਹਨਾਂ ਨੂੰ ਕੀ ਸੰਵਿਧਾਨ ਦੀ ਸਹੁੰ ਚੁਕਾਈ ਜਾਂਦੀ, ਕਿਉਂਕਿ ਸੰਵਿਧਾਨ ਨੂੰ ਸਰਵ ਉੱਚ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਸੰਵਿਧਾਨ ਅਨੁਸਾਰ ਹੀ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਕੰਮ ਕਰਦੀਆਂ ਨੇ। ਕੋਈ ਵੀ ਚਾਹੇ ਸਰਕਾਰੀ ਸੰਸਥਾ ਹੈ, ਚਾਹੇ ਗੈਰ ਸਰਕਾਰੀ ਸੰਸਥਾ ਹੈ, ਚਾਹੇ ਸਕੂਲ ਕਾਲਜ, ਕੋਈ ਵੀ ਸੰਸਥਾਵਾਂ ਹਨ, ਉਹ ਸਾਰੀਆਂ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਨਹੀਂ ਕਰਨਗੀਆਂ। ਸੰਵਿਧਾਨ ਦੇ ਅਨੁਸਾਰ ਹੀ ਉਹਨਾਂ ਨੂੰ ਕੰਮ ਕਰਨਾ ਪੈਂਦਾ, ਕਿਉਂਕਿ ਸੰਵਿਧਾਨ ਕੀ ਹੈ? ਸਾਰਿਆਂ ਤੋਂ ਉੱਪਰ ਹੈ, ਸੰਵਿਧਾਨ ਤੋਂ ਬਾਹਰ ਕੋਈ ਵੀ ਨਹੀਂ। ਅਗਰ ਕੋਈ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਉਸਦੀ ਬਣਦੀ ਸਜ਼ਾ ਦਿੱਤੀ ਜਾਵੇਗੀ। ਠੀਕ ਹੈ ਜੀ, ਯਾਨੀ ਕਿ ਸੰਵਿਧਾਨ ਕੀ ਹੈ? ਸਰਵਉੱਚ ਹੈ, ਸਭ ਤੋਂ ਉੱਪਰ ਹੈ। ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ? ਤਾਂ ਭਾਰਤੀ ਸੰਵਿਧਾਨ ਦੇ ਨਿਰਮਾਣ ਦੇ ਵਿੱਚ ਬੜੀ ਹੀ ਇਸ ਦੀ ਜਿਹੜੀ ਕਹਾਣੀ ਹੈ ਉਹ ਕਾਫੀ ਲੰਬੀ ਹੈ, ਬਟ ਅਸੀਂ ਆਪਣੇ ਸਿਲੇਬਸ ਦੇ ਮੁਤਾਬਕ ਜਿੰਨਾ ਵੀ ਸਾਨੂੰ ਜਾਣਕਾਰੀ ਮਿਲੀ ਅਸੀਂ ਇੰਨੀ ਹੀ ਕਰਨੀ ਹੈ। ਉੱਤਰ ਦੇ ਵਿੱਚ ਕੀ ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ ਡਾਕਟਰ BR ਅੰਬੇਦਕਰ, ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਧਾਨਗੀ ਹੇਠ ਇੱਕ 7 ਮੈਂਬਰੀ ਕਮੇਟੀ ਬਣਾਈ ਗਈ। ਠੀਕ ਹੈ ਜੀ, ਡਾਕਟਰ BR ਅੰਬੇਦਕਰ, ਇੱਥੇ ਡਾਟ ਪਾ ਕੇ ਵੀ ਅਸੀਂ ਲਿਖ ਸਕਦੇ ਹਾਂ। BR ਅੰਬੇਦਕਰ ਜੀ ਦੀ ਪ੍ਰਧਾਨਗੀ ਦੇ ਹੇਠ ਇੱਕ 7 ਮੈਂਬਰੀ ਕਮੇਟੀ ਬਣਾਈ ਗਈ। ਇਸ ਮਸੌਦਾ ਕਮੇਟੀ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ। ਬਹੁਤ ਸਾਰੇ ਸਿਧਾਂਤ ਦੂਜੇ ਦੇਸ਼ਾਂ ਦੇ ਸੰਵਿਧਾਨਾਂ ਤੋਂ ਲਏ ਗਏ। ਇਸ ਸੰਵਿਧਾਨ ਸਭਾ ਦੇ ਕੁੱਲ 11 ਸਮਾਗਮ ਹੋਏ। ਸੰਵਿਧਾਨ 2 ਸਾਲ 11 ਮਹੀਨੇ ਤੇ 18 ਦਿਨਾਂ ਵਿੱਚ ਤਿਆਰ ਹੋ ਗਿਆ। ਠੀਕ ਹੈ ਜੀ, ਤਾਂ ਜਿਹੜੀ ਇਹ ਕਮੇਟੀ ਤਿਆਰ ਕੀਤੀ ਗਈ ਸੀ, 7 ਮੈਂਬਰਾਂ ਦੀ ਕਮੇਟੀ ਬਣਾਈ ਗਈ। ਤਾਂ ਉਹਨਾਂ ਨੇ ਫਿਰ ਵੱਖ-ਵੱਖ ਦੇਸ਼ਾਂ ਦੇ ਜਿਹੜੀ ਮਸੂਦਾ ਕਮੇਟੀ ਬਣੀ ਸੀ ਤੇ ਇਸ ਦੇ ਪ੍ਰਧਾਨ ਕੌਣ ਸੀ? ਡਾਕਟਰ BR ਅੰਬੇਦਕਰ। ਤਾਂ ਉਹਨਾਂ ਨੇ ਵੱਖ-ਵੱਖ ਦੇਸ਼ਾਂ ਦੇ ਬਹੁਤ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ, ਉਹਨਾਂ ਨੂੰ ਪੜ੍ਹਿਆ, ਉਹਨਾਂ ਨੂੰ ਦੇਖਿਆ। ਤਾਂ ਉਹਨਾਂ ਦੇ ਵਿੱਚੋਂ ਜੋ ਉਹਨਾਂ ਨੂੰ ਚੰਗੀਆਂ ਗੱਲਾਂ ਲੱਗੀਆਂ, ਜੋ ਉਹਨਾਂ ਦੇ ਚੰਗੇ ਸਿਧਾਂਤ ਲੱਗੇ, ਉਹ ਦੇਸ਼ਾਂ ਦੇ ਸੰਵਿਧਾਨਾਂ ਤੋਂ ਲਏ ਤੇ ਉਹ ਆਪਣੇ ਦੇਸ਼ ਦੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਉਹਨਾਂ ਦੀ ਸਹਾਇਤਾ ਲਈ। ਇਸ ਸੰਵਿਧਾਨ ਸਭਾ ਦੇ ਕੁੱਲ ਕਿੰਨੇ ਸਮਾਗਮ ਹੋਏ? ਇਹ ਸ਼ਬਦ ਕੁਐਸਚਨ ਵੀ ਅਕਸਰ ਹੀ ਆ ਜਾਂਦਾ। 11 ਸਮਾਗਮ ਹੋਏ। ਸੰਵਿਧਾਨ 2 ਸਾਲ 11 ਮਹੀਨੇ 18 ਦਿਨਾਂ ਵਿੱਚ ਤਿਆਰ ਹੋਇਆ। ਕਿੰਨੇ ਟਾਈਮ ਦੇ ਵਿੱਚ? 2 ਸਾਲ 11 ਮਹੀਨੇ ਤੇ 18 ਦਿਨਾਂ ਦੇ ਵਿੱਚ ਜਿਹੜਾ ਸੰਵਿਧਾਨ ਬਣ ਕੇ ਤਿਆਰ ਹੋਇਆ। ਅਗਲੇ ਪ੍ਰਸ਼ਨ ਦੇ ਵਿੱਚ ਭਾਰਤ ਵਿੱਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਕਿਵੇਂ ਬਣਾਇਆ ਗਿਆ? ਤੇ ਅਸੀਂ ਪਹਿਲਾਂ ਵੀ ਛੋਟੇ ਪ੍ਰਸ਼ਨ ਦੇ ਵਿੱਚ ਪੜ੍ਹ ਕੇ ਆਏ ਹਾਂ। ਸੁਤੰਤਰ ਅਤੇ ਨਿਰਪੱਖ ਤਾਂ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਵੀ ਕਿਸੇ ਦਾ ਵੀ ਪੱਖ ਨਹੀਂ ਲੈਣਾ। ਨਿਆਂਪਾਲਿਕਾ ਨੂੰ ਨਿਰਪੱਖ ਅਤੇ ਆਜ਼ਾਦ ਬਣਾਉਣ ਦੀ ਸੰਵਿਧਾਨ ਰਾਹੀਂ ਕਈ ਕਦਮ ਚੁੱਕੇ ਗਏ ਹਨ। ਉਸ ਦੇ ਵਿੱਚ ਕੀ ਹੈ? ਮਿਸਾਲ ਵਜੋਂ ਜੱਜਾਂ ਦੀ ਨਿਯੁਕਤੀ, ਤਨਖਾਹ, ਭੱਤੇ, ਕਾਰਜਕਾਲ ਆਦਿ ਬਾਕੀ ਕਰਮਚਾਰੀਆਂ ਤੋਂ ਵੱਖ ਕੀਤੇ ਗਏ ਹਨ। ਜੱਜਾਂ ਦੀ ਨਿਯੁਕਤੀ ਹੈ ਜਿਹੜੀ, ਉਸ ਦੀ ਜਿਹੜੀ ਪ੍ਰਕਿਰਿਆ ਹੈ ਉਹ ਬਾਕੀ ਕਰਮਚਾਰੀਆਂ ਤੋਂ, ਤਨਖਾਹ ਹੈਗੀ ਆ। ਇਹ ਗੱਲ ਤੁਹਾਨੂੰ ਇੱਥੇ ਦੱਸ ਦਈਏ ਕਿ ਕੋਈ ਵੀ ਚਾਹੇ ਕਿਸੇ ਕਿਸਮ ਦੀ ਵੀ ਕੋਈ ਵੀ ਮਹਾਮਾਰੀ ਜਾਂ ਕੋਈ ਵੀ ਘਟਨਾ ਹੁੰਦੀ ਹੈ ਤਾਂ ਜੱਜਾਂ ਦੀ ਤਨਖਾਹ ਕਦੇ ਵੀ, ਸੰਵਿਧਾਨ ਵਿੱਚ ਦਰਜ ਹੈ ਕਿ ਉਹਨਾਂ ਦੀ ਤਨਖਾਹ ਕਦੇ ਵੀ ਨਹੀਂ ਘਟਾਈ ਜਾਂਦੀ। ਤਾਂ ਇਹ ਇੱਕ ਨਿਰਪੱਖ ਅਤੇ ਆਜ਼ਾਦ ਨਿਆਂਪਾਲਿਕਾ ਦੀ ਆਜ਼ਾਦ ਹੈ, ਸੁਤੰਤਰ ਹੈ, ਚਾਹੇ ਮੌਜੂਦਾ ਸਮੇਂ ਦੀ ਸਰਕਾਰ ਹੈ ਕਿਸੇ ਦਾ ਵੀ, ਚਾਹੇ ਰਾਸ਼ਟਰਪਤੀ ਹੈ, ਉਸ ਦੇ ਉੱਪਰ ਜਿਹੜੀ ਸੰਵਿਧਾਨ ਹੈ ਨਿਆਂਪਾਲਿਕਾ ਹੈ ਉਸ ਦੇ ਉੱਪਰ ਕਿਸੇ ਦਾ ਵੀ ਕਿਸੇ ਕਿਸਮ ਦਾ ਦਬਾਅ ਨਹੀਂ ਹੁੰਦਾ। ਠੀਕ ਹੈ ਜੀ, ਤਨਖਾਹ, ਭੱਤੇ ਤੇ ਕਾਰਜਕਾਲ ਨਿਸ਼ਚਿਤ ਹੁੰਦਾ ਜੱਜਾਂ ਦਾ, ਤਾਂ ਬਾਕੀ ਕਰਮਚਾਰੀਆਂ ਤੋਂ ਇਹਨਾਂ ਨੂੰ ਵੱਖ ਰੱਖਿਆ ਜਾਂਦਾ ਹੈ। ਅਗਲੇ ਪ੍ਰਸ਼ਨ ਦੇ ਵਿੱਚ ਗਾਂਧੀ ਜੀ ਨੇ ਅੰਗਰੇਜ਼ਾਂ ਖਿਲਾਫ ਕਿਹੜੇ ਅੰਦੋਲਨ ਚਲਾਏ? ਤਾਂ ਅਸੀਂ ਪਿਛਲੇ ਪ੍ਰਸ਼ਨ ਦੇ ਵਿੱਚ ਛੋਟੇ ਪ੍ਰਸ਼ਨਾਂ ਵਿੱਚ ਵੀ ਪੜ੍ਹ ਕੇ ਆਏ ਹਾਂ। ਗਾਂਧੀ ਜੀ ਨੇ ਅੰਗਰੇਜ਼ਾਂ ਦੇ ਖਿਲਾਫ ਨਾ ਮਿਲਵਰਤਨ ਅੰਦੋਲਨ 1920 ਵਿੱਚ, ਸਿਵਲ ਨਾਫਰਮਾਨੀ ਅੰਦੋਲਨ 1930 ਵਿੱਚ ਅਤੇ ਭਾਰਤ ਛੱਡੋ ਅੰਦੋਲਨ 1942 ਵਿੱਚ ਚਲਾਇਆ। ਸ਼ਰਾਬਬੰਦੀ ਤੋਂ ਕੀ ਭਾਵ ਹੈ ਤੇ ਇਸ ਨੂੰ ਕਿਵੇਂ ਲਾਗੂ ਕਰਨਾ ਚਾਹੀਦਾ ਹੈ? ਸ਼ਰਾਬਬੰਦੀ ਨੈਚੁਰਲੀ ਹੈ, ਪੰਜਾਬੀ ਦਾ ਸ਼ਬਦ ਹੈ, ਆਸਾਨੀ ਨਾਲ ਸਮਝ ਤੋਂ ਭਾਵ ਹੈ ਸ਼ਰਾਬ ਵੇਚਣ ਤੇ ਪੀਣ ਤੇ ਕਾਨੂੰਨ ਅਨੁਸਾਰ ਮੁਕੰਮਲ ਪਾਬੰਦੀ ਤੋਂ ਹੈ। ਪੀਣ ਤੇ ਵੇਚਣ ਦੇ, ਸ਼ਰਾਬ ਵੇਚਣ ਅਤੇ ਪੀਣ ਤੇ ਕਾਨੂੰਨ ਅਨੁਸਾਰ ਮੁਕੰਮਲ ਪਾਬੰਦੀ ਨੂੰ ਕੀ ਕਹਾਂਗੇ ਅਸੀਂ? ਸ਼ਰਾਬਬੰਦੀ ਨੂੰ ਕਾਨੂੰਨ ਬਣਾ ਕੇ ਲਾਗੂ ਕਰਨਾ ਚਾਹੀਦਾ ਹੈ, ਯਾਨੀ ਕਿ ਨਿਸ਼ਚਿਤ ਕਾਨੂੰਨ ਬਣਾਏ ਜਾਂਦੇ ਜਿਸ ਦੇ ਅਨੁਸਾਰ ਕੀ ਹੈ ਸ਼ਰਾਬਬੰਦੀ ਨੂੰ ਲਾਗੂ ਕਰਨਾ ਚਾਹੀਦਾ ਹੈ। ਤਾਂ ਅੱਗੇ ਆ ਗਈਆਂ ਜੋ ਖਾਲੀ ਥਾਵਾਂ ਦੇ ਵਿੱਚ ਅਸੀਂ ਜੋ ਤੁਸੀਂ ਦੇਖ ਰਹੇ ਹੋ ਮੋਟੇ ਅੱਖਰਾਂ ਦੇ ਵਿੱਚ ਲਿਖਿਆ ਹੈ ਤੁਹਾਡੀ ਬੁੱਕ ਦੇ ਉੱਪਰ ਖਾਲੀ ਥਾਵਾਂ ਭਰੀਆਂ ਹੋਈਆਂ ਨੇ। ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਠੀਕ ਹੈ ਜੀ। ਦੂਸਰੀ ਖਾਲੀ ਥਾਂ ਹੈਗੀ ਹੈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡੈਸ਼ ਸਨ ਡਾਕਟਰ ਰਾਜਿੰਦਰ ਪ੍ਰਸਾਦ ਜੀ, ਜੋ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ। ਦਾਜ ਰੋਕੀ ਕਾਨੂੰਨ ਡੈਸ਼ ਈਸਵੀ ਵਿੱਚ ਪਾਸ ਬਣਿਆ ਤਾਂ 1961 ਈਸਵੀ ਵਿੱਚ ਦਾਜ ਰੋਕੂ ਜਿਹੜਾ ਕਾਨੂੰਨ ਹੈ 1961 ਈਸਵੀ ਵਿੱਚ ਬਣਿਆ। ਭਾਰਤੀ ਸੰਵਿਧਾਨ ਡੈਸ਼ ਵਿੱਚ ਤਿਆਰ ਕੀਤਾ ਗਿਆ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ, ਲਗਭਗ 3 ਸਾਲਾਂ ਦੇ ਵਿੱਚ ਜਿਹੜਾ ਭਾਰਤੀ ਸੰਵਿਧਾਨ ਤਿਆਰ ਕੀਤਾ ਗਿਆ। ਭਰੂਣ ਹੱਤਿਆ ਦਾ ਮੂਲ ਕਾਰਨ ਡੈਸ਼ ਦੇਣ ਦੀ ਰੀਤ ਹੈ। ਕੀ ਦੇਣ ਦੀ ਰੀਤ ਹੈ? ਦਾਜ ਦੇਣ ਦੀ ਰੀਤ ਹੈ। ਭਰੂਣ ਹੱਤਿਆ ਦਾ ਮੂਲ ਕਾਰਨ ਕੀ ਹੈ? ਦਾਜ ਦੇਣ ਦੀ ਰੀਤ ਹੈ।
ਅੱਗੇ ਇਸ ਦੇ ਕੁਝ ਟਰੂ ਫਾਲਸ ਦੇ ਵਿੱਚ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਉਣਾ ਸੀ। ਡਾਂਡੀਸਤਾਨ ਦੇਸ਼ ਦਾ ਤੇ ਗਾਂਧੀ ਜੀ ਨੇ ਨਮਕ ਕਾਨੂੰਨ ਤੋੜਿਆ, ਬਿਲਕੁਲ ਸਹੀ ਹੈ ਜੀ। ਡਾਂਡੀਸਤਾਨ ਤੇ ਗਾਂਧੀ ਜੀ ਨੇ ਜਿਹੜਾ ਸੀਗਾ ਨਮਕ ਕਾਨੂੰਨ ਤੋੜਿਆ ਸੀ। ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਨਹੀਂ ਕਰਦੀ, ਨਹੀਂ ਜੀ ਇਹ ਗਲਤ ਹੈ ਜੀ। ਨਿਆਂਪਾਲਿਕਾ ਹੈ ਜੋ ਸੰਵਿਧਾਨ ਦੀ ਰੱਖਿਆ ਕਰਦੀ ਹੈ। ਅਗਰ ਕਿਸੇ ਕਿਸਮ ਦਾ ਸਾਨੂੰ ਲੱਗਦਾ ਕਿ ਸੰਵਿਧਾਨ ਦੇ ਅਨੁਸਾਰ ਕਿਤੇ ਕੋਈ ਕੰਮ ਨਹੀਂ ਹੋ ਰਿਹਾ ਤਾਂ ਅਸੀਂ ਜਾ ਕੇ ਨਿਆਂਪਾਲਿਕਾ ਨੂੰ ਉਸ ਦੀ ਸ਼ਿਕਾਇਤ ਕਰ ਸਕਦੇ ਹਾਂ। ਨਿਆਂਪਾਲਿਕਾ ਉਸ ਦੀ ਸਾਡੀ ਰੱਖਿਆ ਕਰੇਗੀ। ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ, ਬਿਲਕੁਲ ਸਹੀ ਹੈ ਜੀ। ਭਾਰਤ ਦੇ ਵਿੱਚ ਕਾਨੂੰਨ ਨਿਸ਼ਚਿਤ ਨਿਯਮਾਂ ਅਨੁਸਾਰ ਜਿਹੜਾ ਸ਼ਾਸਨ ਚਲਾਇਆ ਜਾਂਦਾ ਹੈ। ਬੁਰੇ ਕਾਨੂੰਨਾਂ ਦੀ ਉਲੰਘਣਾ ਕਰਨੀ ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਹੈ ਜੀ, ਬਿਲਕੁਲ ਸਹੀ ਹੈ ਜੀ। ਬੁਰੇ ਜਿਹੜੇ ਕਾਨੂੰਨ ਆ ਜੋ ਸਾਡੇ ਹਿੱਤਾਂ ਦੇ ਵਿਰੁੱਧ ਕਾਨੂੰਨ ਹੋਣਗੇ ਤਾਂ ਲੋਕਤੰਤਰੀ ਸਰਕਾਰ ਜਿਹੜੀ ਉਹਨਾਂ ਦੀ ਉਲੰਘਣਾ ਕਰਦੀ ਰਹੇਗੀ, ਤਾਂ ਇਹ ਸਹੀ ਹੈ ਜੀ। ਕਾਨੂੰਨ ਅਨਿਸ਼ਚਿਤ ਨਿਯਮ ਹੁੰਦੇ ਨਹੀਂ ਜੀ, ਇਹ ਗਲਤ ਹੈ ਜੀ। ਕਾਨੂੰਨ ਨਿਸ਼ਚਿਤ ਨਿਯਮ ਹੁੰਦੇ ਹਨ, ਪੱਕੇ ਕੀਤੇ ਹੋਏ ਕਾਨੂੰਨ ਜਿਹੜੇ ਨਿਯਮ ਹੁੰਦੇ ਹਨ ਉਹਨਾਂ ਨੂੰ ਅਸੀਂ ਕੀ ਕਾਨੂੰਨ ਕਹਿੰਦੇ ਹਾਂ। ਭਾਰਤ ਵਿੱਚ ਸੰਵਿਧਾਨ ਸਰਵਉੱਚ ਹੈ, ਬਿਲਕੁਲ ਸਹੀ ਹੈ ਜੀ। ਅਸੀਂ ਸਭ ਤੋਂ ਪਹਿਲਾਂ ਤੇ ਸਟਾਰਟਿੰਗ ਦੇ ਵਿੱਚ ਇਹ ਪੜ੍ਹਿਆ ਸੀ ਜਿਹੜਾ ਭਾਰਤ ਦੇ ਵਿੱਚ ਸੰਵਿਧਾਨ ਜਿਹੜਾ ਸਭ ਤੋਂ ਸਰਵਉੱਚ ਹੈ। ਤੁਹਾਨੂੰ ਕੁਐਸਚਨ ਆ ਜਾਂਦਾ ਕਿ ਹੇਠ ਲਿਖਿਆ ਵਿੱਚ ਭਾਰਤ ਦੇ ਵਿੱਚ ਸਰਵਉੱਚ ਕੀ ਹੈ, ਇੱਕ ਰਾਸ਼ਟਰਪਤੀ ਹੋਏਗਾ, ਇੱਕ ਹੋਏਗਾ ਸੰਵਿਧਾਨ। ਤਾਂ ਅਸੀਂ ਸੰਵਿਧਾਨ ਤੇ ਟਿਕ ਕਰਨਾ ਕਿਉਂਕਿ ਸੰਵਿਧਾਨ ਆ ਜਿਹੜਾ ਰਾਸ਼ਟਰਪਤੀ ਤੋਂ ਵੀ ਵੱਖਰਾ ਹੈ, ਠੀਕ ਹੈ ਜੀ। ਅੱਗੇ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ਹੈ। ਭਾਰਤ ਸੰਵਿਧਾਨ ਸਭਾ ਦੇ ਕੁੱਲ ਕਿੰਨੇ ਸਮਾਗਮ ਹੋਏ ਤਾਂ ਅਸੀਂ ਸਾਰਿਆਂ ਨੇ ਪੜ੍ਹਿਆ ਸੀ 11 ਸਮਾਗਮ ਹੋਏ। ਸੰਵਿਧਾਨ ਦੀ ਰੱਖਿਆ ਕਰਨ ਲਈ ਕਿਸ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ ਤਾਂ ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਆ ਕਰਨ ਦੇ ਲਈ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ। ਭਾਰਤ ਕਦੋਂ ਪੂਰਨ ਰੂਪ ਵਿੱਚ ਪ੍ਰਭੂ ਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣਿਆ ਤਾਂ 26 ਜਨਵਰੀ 1950 ਈਸਵੀ ਨੂੰ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਪ੍ਰਭੂ ਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣਿਆ। ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਕਦੋਂ ਪਾਸ ਕੀਤਾ 31 ਦਸੰਬਰ 1930 ਨੂੰ, ਜੋ ਅਸੀਂ ਸ਼ੁਰੂ ਦੇ ਵਿੱਚ ਪੜ੍ਹਿਆ ਸੀ ਕਿ ਭਾਰਤ ਜਿਹੜਾ 26 ਜਨਵਰੀ 1950 ਨੂੰ ਹੀ ਕਿਉਂ ਲਾਗੂ ਹੋਇਆ ਤਾਂ ਇਸ ਦਾ ਇਹ ਕਾਰਨ ਸੀਗਾ ਕਿ 31 ਦਸੰਬਰ 1930 ਨੂੰ ਜਿਹੜਾ ਪੂਰਨ ਸਵਰਾਜ ਮੈਂ ਪਹਿਲਾਂ ਦੱਸਿਆ ਤੁਹਾਨੂੰ, ਕਾਂਗਰਸ ਨੇ ਪੂਰਨ ਸਵਰਾਜ ਦਾ ਜਿਹੜਾ ਮਤਾ ਪਾਸ ਕੀਤਾ ਸੀਗਾ, ਠੀਕ ਹੈ। ਤਾਂ ਉਹਨਾਂ ਨੇ ਪਹਿਲੀ ਵਾਰ ਉਦੋਂ ਜਿਹੜਾ ਸੁਤੰਤਰਤਾ ਦਿਵਸ ਮਨਾਇਆ ਸੀ ਤਾਂ ਉਸ ਦਿਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਜਿਹੜਾ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ। ਹਾਲਾਂਕਿ ਸੰਵਿਧਾਨ ਜਿਹੜਾ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ, ਠੀਕ ਹੈ ਜੀ। ਅਗਲਾ ਜਿਹੜਾ ਹੈ ਸੰਵਿਧਾਨ ਸਭਾ ਦੀ ਅੰਤਿਮ ਬੈਠਕ ਕਦੋਂ ਹੋਈ ਤਾਂ ਇਹ ਵੀ ਮਹੱਤਵਪੂਰਨ ਹੈ। 25 ਜਨਵਰੀ 1950 ਈਸਵੀ ਨੂੰ ਜਿਹੜੀ ਸੰਵਿਧਾਨ ਸਭਾ ਦੀ ਅੰਤਿਮ ਬੈਠਕ ਹੋਈ, ਠੀਕ ਹੈ ਜੀ। 25 ਜਨਵਰੀ 1950 ਨੂੰ ਤਾਂ ਇਹ ਸਨ ਇਸ ਲੈਸਨ ਦੇ ਵਿੱਚੋਂ ਜੋ ਮਹੱਤਵਪੂਰਨ ਜਾਣਕਾਰੀ ਸੀ ਤੁਹਾਡੇ ਤੱਕ ਲੈ ਕੇ ਆਏ। ਤੇ ਇਸੇ ਤਰ੍ਹਾਂ ਇਸ ਵੀਡੀਓ ਨੂੰ ਦੇਖੋ, ਵੀਡੀਓ ਨੂੰ ਪਾਜ਼ ਕਰਕੇ ਆਪਣੀ ਕਾਪੀ ਉੱਪਰ ਆਪਣੇ ਨੋਟਸ ਤਿਆਰ ਕਰੋ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਕਿਸੇ ਵੀ ਟਾਈਮ ਅਗਰ ਸਾਡਾ ਮੋਬਾਈਲ ਖਰਾਬ ਹੋ ਜਾਂਦਾ ਜਾਂ ਕੋਈ ਵੀ ਸਾਨੂੰ ਕੋਈ ਦਿੱਕਤ ਆਉਂਦੀ ਕਿਸੇ ਵੀ ਸਮੇਂ ਉਸ ਚੈਨਲ 'ਤੇ ਜਾ ਕੇ ਇਹ ਜਿਹੜੀਆਂ ਵੀਡੀਓ ਦੇਖ ਕੇ ਆਪਣੀ ਦੁਬਾਰਾ ਰਿਵਿਜ਼ਨ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਸ਼ਾਮਿਲ ਸ਼ੁਕਰੀਆ।